ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲਾ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਕਿਸਾਨਾਂ ਅੱਗੇ ਚੁੱਕੀ ਮਾਨ ਸਰਕਾਰ, ਮੰਗੀਆਂ 12 ਮੰਗਾਂ। ਚੰਡੀਗੜ੍ਹ ਵਿੱਚ ਗੰਦਗੀ ਵਿੱਚ ਖਾਣੇ ਤੇ ਕਾਰਵਾਈ, ਕੈਬਨਿਟ ਵਿੱਚ ਲੱਗੀ ਮੋਹਰ। ਅਤੇ ਚੰਡੀਗੜ੍ਹ ਮੇਅਰ ਦਾ ਕਾਰਜਕਾਲ 5 ਸਾਲ ਤੱਕ ਕਰਨ ਦੀ ਉੱਠੀ ਮੰਗ। ਤਾਂ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ, ਜੋ ਧਰਨੇ ਤੇ ਬੈਠੇ ਹੋਏ ਨੇ। ਤੇ ਅੱਜ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਵੀ ਹੋਈ। ਮੁਲਾਕਾਤ ਕਰੀਬ 2 ਘੰਟੇ ਚੱਲੀ ਤੇ ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਕੁਝ ਕੁ ਮੰਗਾਂ ਹੈਗੀਆਂ ਨੇ ਜਿਹੜੀਆਂ ਉਹ ਮਾਨ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਨੇ, ਜਿਸ ਤੋਂ ਬਾਅਦ ਇਹ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਜਲਦ ਹੀ ਕਿਸਾਨਾਂ ਦਾ ਧਰਨਾ ਖਤਮ ਹੋ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਿਸਾਨ ਆਗੂਆਂ ਦੀ ਬੈਠਕ ਖਤਮ ਹੋ ਗਈ ਹੈ ਤੇ ਇਸ ਬੈਠਕ ਦੇ ਵਿੱਚ ਕਿਸਾਨ ਆਗੂਆਂ ਅਤੇ ਮੁੱਖ ਮੰਤਰੀ ਨੇ ਕਿਸਾਨੀ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਤੇ ਕਿਸਾਨਾਂ ਦੀਆਂ 13 ਮੰਗਾਂ ਦੇ ਵਿੱਚੋਂ 12 ਮੰਗਾਂ ਉੱਤੇ ਸਰਕਾਰ ਅਤੇ ਕਿਸਾਨਾਂ ਦਰਮਿਆਨ ਆਪਸੀ ਸਹਿਮਤੀ ਬਣ ਗਈ ਹੈ ਤੇ ਇਹਨਾਂ ਵਿੱਚੋਂ ਇੱਕ ਮੰਗ ਕੇਂਦਰ ਦੇ ਨਾਲ ਸੰਬੰਧਿਤ ਹੋਣ ਕਰਕੇ ਹੁਣ ਸੂਬਾ ਸਰਕਾਰ ਇਸ ਮੰਗ ਨੂੰ ਮਨਵਾਉਣ ਦੇ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖੇਗੀ ਤੇ ਇਸ ਤੋਂ ਬਾਅਦ ਮੋਹਾਲੀ ਦੇ ਵਿੱਚ ਜਾ ਕੇ, ਜਿੱਥੇ ਕਿ ਕਿਸਾਨ ਕੱਲ ਤੋਂ ਲੈ ਕੇ ਆਪਣੀਆਂ ਮੰਗਾਂ ਸੰਬੰਧੀ ਧਰਨਾ ਲਗਾ ਕੇ ਬੈਠੇ ਹੋਏ ਨੇ, ਉੱਥੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਮੋਰਚੇ ਨੂੰ ਸੰਬੋਧਨ ਕਰਨਗੇ ਤੇ ਇਸ ਤੋਂ ਬਾਅਦ ਕਿਸਾਨਾਂ ਦਾ ਮੋਰਚਾ ਚੁੱਕਿਆ ਜਾਵੇਗਾ। ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਦੇਖਿਆ ਹੋਵੇਗਾ ਕਿ ਗੰਦਗੀ ਦੇ ਵਿੱਚ ਹੀ ਖਾਣੇ ਪਰੋਸੇ ਜਾ ਰਹੇ ਨੇ। ਫਾਸਟ ਫੂਡ ਹੋਵੇ ਜਾਂ ਕੋਈ ਹੋਰ ਕਿਸਮ ਦਾ ਖਾਣਾ, ਉਹ ਗੰਦੀ ਥਾਵਾਂ ਤੇ ਲੱਗਿਆ ਹੋਇਆ ਤੇ ਲੋਕ ਉਸ ਨੂੰ ਖਾ ਵੀ ਰਹੇ ਨੇ। ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਇਸ ਤੇ ਸਖਤ ਕਾਰਵਾਈ ਕਰ ਦਿੱਤੀ ਹੈ ਤੇ ਨਾਲੋਂ ਨਾਲ ਇਸ ਦੇ ਨਾਲ ਜੁੜੇ ਹੋਏ ਜੋ ਵਪਾਰੀ ਹੈਗੇ ਨੇ ਉਹਨਾਂ ਨੂੰ ਵੀ ਸਲਾਹ ਦਿੱਤੀ ਹੈ। ਪੇਸ਼ ਰਿਪੋਰਟ। ਉਹਦੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਦੇ ਨਾਲ ਖਾਸ ਗੱਲਬਾਤ ਹੋਈ। ਇਸ ਦੌਰਾਨ ਉਹਨਾਂ ਨੇ ਆਪਣੀਆਂ ਕਈ ਸਾਰੀਆਂ ਮੰਗਾਂ ਰੱਖੀਆਂ। ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਕਾਰਜਕਾਲ ਹੈਗਾ ਜਿਹੜਾ ਉਹ ਵਧਣਾ ਚਾਹੀਦਾ, 5 ਸਾਲ ਦਾ ਕਾਰਜਕਾਲ ਹੋਣਾ ਚਾਹੀਦਾ ਤੇ ਨਾਲੋਂ ਨਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ਪਾਵਰਸ, ਜੋ ਸ਼ਕਤੀਆਂ ਹੈਗੀਆਂ ਨੇ, ਉਸ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ। ਮੇਅਰ ਕੌਂਸਲ 'ਚ ਸੀਗਾ, ਸਭ ਆਪਣੀ ਆਪਣੀ ਪ੍ਰੋਬਲਮ ਸ਼ੇਅਰ ਕਰੋ ਕਿ ਮੇਅਰ ਦੀ ਕੀ ਪਾਵਰ ਹੈ, ਤੁਹਾਡੇ ਦੇ ਉਹਦੇ 'ਚ ਕੀ ਹੈ, ਤੁਹਾਡੇ ਉਹਦੇ 'ਚ ਕੀ ਹੈ, ਸਭ ਦਾ ਆਪਣਾ ਆਪਣਾ ਸੀਗਾ। ਕਾਉਂਸਲਰਸ ਦੀ ਕੀ ਪਾਵਰ ਹੈ, ਤੁਹਾਡਾ ਡਿਪਟੀ ਮੇਅਰ, ਮਤਲਬ ਕੀ ਪ੍ਰੋਸੈਸ ਹੈ, ਤੁਹਾਡੇ ਉੱਥੇ ਹਾਊਸ ਦਾ ਕੀ ਹੈ। ਅਤੇ ਸਾਰਿਆਂ ਦੀ ਇਹੀ ਸੀ ਕਿ ਜੋ ਮੇਅਰ ਦਾ ਹੈ, ਕਿਤੇ 5 ਸਾਲ ਹੈ, ਕਿਤੇ 2.5 ਹੈ, ਕਿਤੇ 1 ਸਾਲ ਹੈ, ਕਿ ਜੋ ਮੇਅਰ ਦਾ ਹੋਣਾ ਚਾਹੀਦਾ ਨਾ, ਟਾਈਮ ਹੋਣਾ ਚਾਹੀਦਾ, ਟਾਈਮ ਪੀਰੀਅਡ ਹੋਣਾ ਚਾਹੀਦਾ, ਉਹ ਸਭੀ ਮੇਅਰਸ ਦਾ ਇੱਕ ਹੋਣਾ ਚਾਹੀਦਾ। ਉਹਨਾਂ ਦੀ ਇਹ ਰਾਏ ਸੀਗੀ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਜੋ ਮੇਅਰਸ ਦੀ ਇਨਕਮ ਹੈ ਜਾਂ ਉਹਨਾਂ ਦੀ ਜੋ ਪਾਵਰ ਹੈ ਉਹ ਮਤਲਬ ਵਧਣੀ ਚਾਹੀਦੀ ਹੈ, ਕਿਉਂਕਿ ਆਮ ਜੋ ਨਾਰਮਲ ਲੋਕ ਨੇ, ਇਨਸਾਨ ਨੇ, ਉਹ ਸਿੱਧਾ ਮੇਅਰ ਕੋਲ ਜਾਂ ਕਾਉਂਸਲਰ ਕੋਲ ਹੀ ਜਾਂਦੇ ਨੇ। ਮੇਨ ਸ਼ਹਿਰ ਦੇ ਕੰਮ ਕੀ ਹੁੰਦੇ ਆ, ਸਾਫ ਸਫਾਈ ਦੇ ਗਲੀਆਂ ਨਾਲੇ ਕੂੜੇ, ਮੇਨ ਕੰਮ ਕਾਰਪੋਰੇਸ਼ਨ ਕੋਲ ਹੀ ਹੁੰਦਾ ਅਤੇ ਉਹ ਆਉਂਦੇ ਵੀ ਮੇਅਰ ਔਰ ਕਾਉਂਸਲਰ ਹੀ ਕੋਲ ਆਉਂਦੇ ਨੇ ਅਤੇ ਆਮ ਸਿੱਧਾ ਆਫਿਸਰਸ ਕੋਲ ਨਹੀਂ ਜਾਂਦੇ ਹੈਗੇ। ਉਹਨਾਂ ਨੂੰ ਨਹੀਂ ਪਤਾ ਕਿ ਮੇਅਰ ਦੀ ਪਾਵਰ ਹੈ ਜਾਂ ਕੀ ਆਫਿਸਰਸ ਦੀ ਪਾਵਰ ਹੈ। ਉਹ ਕਹਿ ਰਹੇ ਸੀ ਕਿ ਅਗਰ ਅਸੀਂ ਆਪਣੇ ਸ਼ਹਿਰ ਨੂੰ ਡਿਵੈਲਪ ਕਰਨਾ ਹੈ ਤਾਂ ਇੱਕ ਮੇਅਰ ਦੀ ਪਾਵਰਸ ਵਧਣੀਆਂ ਚਾਹੀਦੀਆਂ ਅਤੇ ਉਹਦਾ ਟਾਈਮ ਪੀਰੀਅਡ ਵਧਣਾ ਚਾਹੀਦਾ। ਇਸ ਦੇ ਰਿਗਾਰਡਿੰਗ ਆਪਸ 'ਚ ਉਹਨਾਂ ਦੇ ਮੁੱਦੇ ਸੀਗੇ। ਤੁਸੀਂ ਚੰਡੀਗੜ੍ਹ ਵਾਸਤੇ ਕੀ ਰੱਖਿਆ, ਚੰਡੀਗੜ੍ਹ 'ਚ ਕਿਸ ਤਰ੍ਹਾਂ ਦੀ ਤੁਸੀਂ ਆਪਣੇ ਵੀ ਦੱਸਿਆ ਹੋਣਾ ਵੀ? ਬਿਲਕੁਲ, ਅਗਰ ਸਭ ਦੀ ਇਹੀ ਰਾਏ ਹੁੰਦੀ ਹੈ ਕਿ ਮੇਅਰ ਦੀ ਪਾਵਰ ਚਲੋ ਜੇ ਹੈ ਕਿ ਵਧਣੀ ਵੀ ਚਾਹੀਦੀ ਹੈ ਅਤੇ ਉਹਦਾ ਟਾਈਮ ਪੀਰੀਅਡ ਵੀ ਬਣਨਾ ਚਾਹੀਦਾ। ਜਿਵੇਂ ਤੁਸੀਂ ਹੁਣ ਮੇਅਰ ਬਣੇ ਹੋ, ਤੁਹਾਨੂੰ 1-2 ਮਹੀਨੇ ਤੁਹਾਨੂੰ ਵਧਾਈਆਂ 'ਚ ਨਿਕਲ ਜਾਂਦੇ ਆ, 6 ਮਹੀਨੇ ਤੁਹਾਨੂੰ ਪ੍ਰੋਸੈਸ ਹੀ ਸਮਝ ਨਹੀਂ ਆਉਂਦਾ ਕਿ ਆਫਿਸਰਸ ਨਾਲ ਕਿਵੇਂ ਕੰਮ ਜਾਂ ਜੋ ਵੀ ਉਹਦਾ ਪ੍ਰੋਸੈਸ ਹੁੰਦਾ। ਇਸ ਲਈ ਇਹ ਟਾਈਮ ਪੀਰੀਅਡ ਥੋੜ੍ਹਾ ਵੱਧ ਹੋਣਾ ਚਾਹੀਦਾ ਤਾਂ ਕਿ ਉਹ ਆਪਣੇ ਟਾਈਮ ਪੀਰੀਅਡ 'ਚ ਜੋ ਆਪਣੇ ਸ਼ਹਿਰ ਦੇ ਡਿਵੈਲਪਮੈਂਟ ਲਈ ਜੋ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕਰਿਆ, ਐਟਲੀਸਟ ਉਹਨੂੰ ਸ਼ੁਰੂ ਕਰਵਾ ਸਕਣ, ਖਤਮ ਕਰਵਾ ਸਕਣ। ਤੁਸੀਂ ਇੱਕ ਪ੍ਰੋਜੈਕਟ ਸ਼ੁਰੂ ਕਰਵਾਉਂਦੇ ਹੋ, ਜਦ ਮਤਲਬ ਤੁਹਾਡਾ ਟਾਈਮ ਪੀਰੀਅਡ ਚੱਲਿਆ, ਦੂਜਾ ਮੇਅਰ ਆਉਂਦਾ, ਉਹ ਆਪਣੇ ਹਿਸਾਬ ਨਾਲ ਚੱਲਦਾ ਹੈ ਤਾਂ ਡਿਵੈਲਪਮੈਂਟ ਕਿਤੇ ਨਾ ਕਿਤੇ ਰੁਕ ਜਾਂਦੀ ਹੈ। ਮੈਮ ਕਿਹਨੂੰ ਤੁਸੀਂ ਫਿਰ ਕਹਿ ਸਕਦੇ ਹੋ ਕੌਣ ਹੀ ਕਰ ਸਕਦਾ ਮੇਅਰ ਦਾ ਜਿਹੜਾ ਕਾਰਜਕਾਲ ਹੈ ਉਹ ਦੱਸ ਸਕਦਾ? ਉਹ ਇਹ ਸੀਗਾ ਕਿ ਸਾਰੇ ਮੇਅਰ ਕਾਉਂਸਲ ਇਕੱਠੇ ਹੋ ਕੇ ਕਿ ਅਸੀਂ ਆਪਣੀ ਜੋ ਵੀ ਗੱਲਬਾਤ ਹੈ ਅਸੀਂ ਦਿੱਲੀ ਤੱਕ ਜਾਈਏ, ਮੋਦੀ ਤੱਕ, ਅਮਿਤ ਸ਼ਾਹ ਜੀ ਤੱਕ, ਕਿ ਜੋ ਸਾਰੇ ਮੇਅਰਸ ਦੀ ਪਾਵਰਸ ਨੇ ਉਹ ਇਕੁਅਲੀ ਹੋਣੀ ਚਾਹੀਦੀ ਹੈ, ਟਾਈਮ ਪੀਰੀਅਡ ਉਹਨਾਂ ਦਾ ਇਕੁਅਲੀ ਹੋਣਾ ਚਾਹੀਦਾ ਹੈ। ਉਹਨਾਂ ਨੂੰ ਇਹ ਵੀ ਗੱਲ ਹੋਈ ਕਿ ਜੇ MP ਜਾਂ ਇਹਨਾਂ ਦੀ ਵੀ ਬਾਅਦ 'ਚ ਜੋ ਹਟਣ ਤੋਂ ਬਾਅਦ ਉਹਨਾਂ ਨੂੰ ਕੀ ਕਹਿੰਦੇ ਰਿਟਾਇਰਮੈਂਟ ਪੀਰੀਅਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ, ਹਾਂ, ਅਤੇ ਵੀ ਇੱਕ ਮੇਅਰ ਨੂੰ ਵੀ ਮਿਲਣਾ ਚਾਹੀਦਾ ਬਾਅਦ 'ਚ। ਮੈਡਮ ਇੱਕ ਪੈਨਸ਼ਨ ਦਾ ਮੁੱਦਾ ਵੀ ਤਾਂ ਸੀਗਾ ਉੱਥੇ ਵੀ, ਰਿਟਾਇਰਮੈਂਟ ਜਿਵੇਂ ਹੁਣ
ਤੁਸੀਂ ਮੇਅਰ ਬਣੇ ਹੋ, ਹਾਂਜੀ। ਤੁਹਾਡਾ ਪੀਰੀਅਡ ਖਤਮ ਹੋ ਗਿਆ ਤੇ ਰਿਟਾਇਰਮੈਂਟ ਪਲਾਨ ਇੱਕ ਹੋਣਾ ਚਾਹੀਦਾ। ਇਹ ਸੀਗਾ Stock ਜਿਵੇਂ option ਹਾਂ ਉਹਨਾਂ ਨੇ ਕਿਹਾ ਜਿਵੇਂ MP ਹੈ ਕੋਈ ਵੀ ਆਫੀਸਰਸ ਹੈ ਉਹ ਆਪਣੇ ਕੰਮ ਕਰਦਾ ਉਹਦੀ ਪੈਨਸ਼ਨ ਹੁੰਦੀ ਹੈ, ਇਵੇਂ ਵੀ ਇੱਕ ਮੇਅਰ ਦੀ 5 ਸਾਲ ਦਾ ਟਾਈਮ ਪੀਰੀਅਡ ਵਧਾਉਣੀ ਚਾਹੀਦੀ ਤੇ ਉਹਨੂੰ ਬਾਅਦ 'ਚ ਪੈਨਸ਼ਨ ਲਾਉਣੀ ਚਾਹੀਦੀ ਹੈ। ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ। ਸਿਰਫ ਪੈਟਰੋਲ ਡੀਜ਼ਲ ਹੀ ਨਹੀਂ ਬਲਕਿ ਆਮ ਘਰਾਂ ਦੇ ਵਿੱਚ ਜੋ ਹਰ ਰੋਜ਼ ਦਾ ਸਮਾਨ ਹੁੰਦਾ ਹੈ, ਜੋ ਰਸੋਈ ਦਾ ਸਮਾਨ ਹੁੰਦਾ ਹੈਗਾ, ਉਸ ਦੇ ਵਿੱਚ ਵੀ ਵਾਧਾ ਹੋ ਗਿਆ ਹੈਗਾ, ਉਸ ਦੇ ਰੇਟ ਵਧ ਗਏ ਨੇ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਖਾਣੇ ਦਾ ਸਵਾਦ ਹੈਗਾ ਜਿਹੜਾ ਉਹ ਵਿਗੜਦਾ ਜਾ ਰਿਹਾ। ਤੇ ਪੇਸ਼ ਹੈ ਇਸੇ ਦੀ ਸਾਡੀ ਰਿਪੋਰਟ। ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਹਰ ਸ਼ਹਿਰ ਵਾਸੀ ਦਾ ਇਸ ਵੇਲੇ ਮਹੀਨੇਵਾਰ ਬਜਟ ਵਿਗੜ ਚੁੱਕਿਆ ਹੈ। ਇਸ ਮਹਿੰਗਾਈ ਦੀ ਮਾਰ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ। ਲੋਕਾਂ ਤੇ ਮਹਿੰਗਾਈ ਦੀ ਚੌਤਰਫਾ ਮਾਰ ਪੈ ਰਹੀ ਹੈ। ਪੈਟਰੋਲ ਡੀਜ਼ਲ ਦੇ ਦਾਮ ਦੇ ਨਾਲ ਹੁਣ ਖਾਣੇ ਦਾ ਸਵਾਦ ਵੀ ਵਿਗੜਨ ਲੱਗਿਆ ਹੈ। ਹਰ ਕੋਈ ਇਸ ਮਹਿੰਗਾਈ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਹਰ ਦਿਨ ਖਾਦ ਪਦਾਰਥ, ਸਬਜ਼ੀ ਅਤੇ ਫਲਾਂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ। ਦਾਲ, ਸਬਜ਼ੀ ਅਤੇ ਆਟੇ ਦੇ ਰੇਟ ਵਧਣ ਨਾਲ ਬਿਊਟੀ ਪ੍ਰਸ਼ਾਸਨ ਨੇ ਜੋ ਸ਼ਹਿਰ ਵਿੱਚ ਅੰਨਪੂਰਨਾ ਸਕੀਮ ਚਲਾਈ ਸੀ ਉਸ ਨੂੰ ਵੀ 10 ਤੋਂ 20 ਰੁਪਏ ਕਰ ਦਿੱਤਾ ਹੈ। 4 ਲੋਕਾਂ ਦੇ ਪਰਿਵਾਰ ਦਾ ਰਾਸ਼ਨ ਪਿਛਲੇ ਸਾਲ ਦੇ ਮੁਕਾਬਲੇ 1500 ਅਤੇ ਸਬਜ਼ੀ 700 ਰੁਪਏ ਵੱਧ ਮਹਿੰਗੀ ਹੋ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦੇ ਰੇਟ ਵਧਣ ਨਾਲ ਮਹਿੰਗਾਈ ਹੋਰ ਜ਼ਿਆਦਾ ਵਧੇਗੀ। ਉਧਰ ਮਸਾਲਿਆਂ ਤੋਂ ਬਿਨਾਂ ਕੋਈ ਸਬਜ਼ੀ ਜਾਂ ਦਾਲ ਸਵਾਦ ਨਹੀਂ ਬਣ ਸਕਦੀ। ਮਸਾਲਿਆਂ ਦੇ ਰੇਟ ਵਿੱਚ ਵੀ ਭਾਰੀ ਇਜ਼ਾਫਾ ਹੋਇਆ ਹੈ। ਲਾਲ ਮਿਰਚ ਦਾ ਰੇਟ ਪਿਛਲੇ 2 ਸਾਲਾਂ ਵਿੱਚ 100 ਰੁਪਏ ਪ੍ਰਤੀ ਕਿਲੋ ਵਧਿਆ ਹੈ। ਹੁਣ ਲਾਲ ਮਿਰਚ 400 ਰੁਪਏ ਪ੍ਰਤੀ ਕਿਲੋ ਵਿੱਚ ਵਿਕ ਰਹੀ ਹੈ। ਜੀਰੇ ਦਾ ਰੇਟ 250 ਤੋਂ ਵੱਧ ਕੇ 350 ਰੁਪਏ ਕਿਲੋ ਹੋ ਗਿਆ ਹੈ। ਹਲਦੀ 300 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੇਸੀ ਸਾਬਣ ਜੋ 1 ਸਾਲ ਪਹਿਲਾਂ 80 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ ਉਹ ਹੁਣ 130 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਨਹਾਉਣ ਦੀ ਸਾਬਣ ਦੀਆਂ 4 ਟਿੱਕੀਆਂ ਜੋ 90 ਰੁਪਏ ਵਿੱਚ ਮਿਲਦੀਆਂ ਸੀ ਉਹਨਾਂ ਦਾ ਰੇਟ ਹੁਣ 165 ਰੁਪਏ ਹੋ ਗਿਆ है। अब क्या करें, खाना तो है ही है, मैनेज तो करना पड़ेगा ना। जहाँ पे 4 लेते हैं वहाँ पे 1 ले लें, ठीक है ना। ਸਾਰੇ ਬੋਲ ਚ ਮੰਗਾਈ ਹੈ। तो क्या करें, मजदूर आदमी को तो भारी दिक्कत ही है, उतना रोजगार नहीं है। फिर भी जब रह रहा हूँ तो खाना तो पड़ेगा सर, भूखे तो रहे नहीं, चाहे महंगी सस्ती जो भी हो रहा। क्या करें, खाना तो है ही है पर राशन है महंगा बहुत ज़्यादा, थोड़ा थोड़ा करके हम लेते हैं। आटा भी महंगा, हर चीज़ महंगी है, कोई सस्ती नहीं है। रसोई का इतना नाश वजह है पूरा, सब एक पेस्ट तो लैके सर ऊपर चीज़ां महंगी चीज़ां तक सब बहुत ज़्यादा महंगा सामान आ रहा है टोटली। इस वक्त तो ये हाल है कि सभी चीज़ महंगी हो गई हैं। 25 से 30% की तेज़ी है। अब दालों में लगा लो कम से कम भी 25-30% की तेज़ी है। आटा जो कि एक गरीब आदमी के लिए 200 रुपये का था आज 260-70 रुपये का हो गया है। ब्रांडेड तो ब्रांडेड के अंदर भी 30 रुपये थैली की तेज़ी है। रहेगी ब्रेड की बात, अब ब्रेड ही लगा लो, पहले 30 रुपये की ब्रेड थी, फिर 35 हुई, 40 हुई, मतलब 2 महीने के अंदर 45 होगी, मतलब 15 रुपये मतलब ब्रेड के रेट बढ़ गए हैं। अब मिर्च का रेट लगा लो आप, मिर्च जो 120-25 रुपये थी आज 300 रुपये किलो है। हल्दी, मिर्च, मसाले तो मतलब उनके अंदर तकरीबन मतलब 60-70% की तेज़ी है। तेल जो किसी टाइम में 80-90 रुपये होता था आज 200 रुपये है। रिफाइंड का पैकेट जो 80-85 का था आज 190 रुपये रिफाइंड का पैकेट हो गया है। तो हम दुकानदारों की तो ये अभी लागत भी डबल से ऊपर हो गई है, मार्जिन कम हो गए हैं। काफ़ी लगभग सारी आइटम है सर जो महंगी हो गई हैं। आप आटा ले लो, साबुन ले लो, सर्फ ले लो, तेल ले लो, A to Z मसाले ले लो, जितने सारी चीज़ों में तेज़ी है। श्रिंकफ्लेशन करके एक चीज़ कंसेप्ट आया है, जहाँ 10 रुपये के बिस्किट के पैकेट में अगर आपको 15-20 मिलते थे, आज वो 10 रुपये का पैकेट तो 10 का ही है, लेकिन उसके अंदर बिस्किट निकलेंगे आपके 11-10 बिस्किट निकलेंगे। इसको श्रिंकफ्लेशन कहते हैं। ये नया ट्रेंड चला है आजकल, ये बहुत ज़्यादा हो रहा है। मतलब महीने 2 महीने के अंदर ही बहुत ज़्यादा रिवाइज हो गए हैं रेट जी। रिफाइंडों के रेट बढ़ गए हैं, तेलों के रेट बढ़ गए हैं, देसी घी के बढ़ गए हैं, हर चीज़ में तेज़ी है जी। आटा भी तेज कर दिया जी, जबकि नवी कणक पे आटा डाउन होना चाहिए, उल्टा और बढ़ा दिया जी, कहते कणक ही नहीं है। सर दुकानदार के लिए भी औखा हो रखा है, कस्टमर के लिए और ज़्यादा औखा है। ਹੁਣ ਮਹਿੰਗਾਈ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਹ ਤਾਂ ਖੈਰ ਸਮਾਂ ਹੀ ਦੱਸ ਸਕੇਗਾ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ।
ਚੰਡੀਗੜ੍ਹ ਦੇ ਵਿੱਚ ਇੱਕ 18 ਸਾਲਾਂ ਦੀ ਕੁੜੀ ਪਿਛਲੇ 10 ਦਿਨਾਂ ਤੋਂ ਲਾਪਤਾ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਜਦੋਂ ਪੀੜਤ ਪਰਿਵਾਰ ਪੁਲਿਸ ਕੋਲ ਜਾਂਦਾ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਦੇ ਨਾਲ ਬੁਰਾ ਵਰਤਾਓ ਕੀਤਾ ਜਾ ਰਿਹਾ ਹੈ। ਇਹ ਕਹਿਣਾ ਹੈ ਪੀੜਤ ਪਰਿਵਾਰ ਦਾ। ਉਹਨਾਂ ਨੇ ਪੁਲਿਸ ਦੇ ਉੱਪਰ ਬਹੁਤ ਸਾਰੇ ਆਰੋਪ ਵੀ ਲਗਾਏ ਨੇ, ਨਾਲੋਂ ਨਾਲ ਸਖਤ ਕਾਰਵਾਈ ਦੀ ਮੰਗ ਕੀਤੀ ਹੈ। सर मेरी लड़की 7 तारीख को काम पे गई थी और वापस नहीं आई। पुलिस से हमें कोई कार्रवाई नहीं हो रही थी जी। जब कोई 2-4 बंदे आ जाते हैं तो कार्रवाई करते हैं, उससे पहले कोई कार्रवाई नहीं करते जी। कर रही है, बस ये कह रहे हैं भी तुम अपनी तरफ से देखो, हम भी कर रहे हैं कुछ कर। सर मेरी लड़की ना 7 तारीख को जॉब पे गई थी तो वहाँ से मुड़ के आई नहीं है। कहाँ जॉब करती थी? 5 फेस में। कितने महीने हुए थे जॉब करते हुए? अभी वहाँ पे महीना ही होया है। 7 तारीख को कितने बजे निकले? 9 बजे। 9 बजे निकलती थी, 9:30 का था वो। मुझे जाने में इतना थोड़ा टाइम लग जाता था तो फिर हमें पता नहीं चला उसका इस बात का। तो फिर मैंने उसको फ़ोन किया तो स्विच ऑफ आ रहा था। फिर मैंने मैडम के पास फ़ोन किया, जो वहाँ पे एक नंबर होता है, अपना पर्सनल नंबर देते नहीं है वो, वहाँ पे नंबर दूसरा होता है, उस पर किसी ने कॉल उठाई नहीं है। फिर हमने रात को भी काफ़ी बार कॉल किया, उन्होंने नहीं फ़ोन उठाया। फिर हम सोमवार को जाते हैं वहाँ पे। सोमवार को हम जाते हैं, हम उनसे पूछते हैं कि भाई हमारी बेटी जॉब पे आई थी और अब तक घर नहीं पहुंची है। उन्होंने बोला है, कहते यहाँ पे तो आई नहीं है। तो हमने ये पूछा कि देखो हमारे घर से जॉब के लिए लेके आई है वो, ठीक है कि भाई मैं जॉब पे जा रही हूँ मम्मी, और हमने यहाँ तक वो लड़की छोड़ी हुई है, अपनी देखी हुई है। तो ये कहते हैं हमें नहीं पता, हमने 5 तारीख को हटा दी थी। हमने पूछा कि 5 तारीख को क्यों हटाई, हमें उसका बताओ, आपने हमें क्यों नहीं बुलाया। कहते हैं हम आपको क्यों बुलाएंगे, हम आपको क्यों बुलाएंगे, ये कोई पर्सनल स्कूल थोड़ी है कि हम आपको बुलाएंगे यहाँ पे। मैंने कहा कुछ भी है, मेरा बच्चा कुछ भी हटा रहे हो, कोई गलती हुई है, कुछ होया आप मेरे से तो बताओ, घर में मम्मी को बुलाओ या पापा किसी को तो बुला लेते हैं। अब एक बार मुझे बताते भी बच्चा मेरा कुछ गलती कर रहा है, भाई हम हटा रहे हैं, कुछ तो मुझे बताते हैं। अब मुझे तो यही पता है कि जॉब पे गई है, ना मुझे आपने बताया ना मेरे बच्चे ने बताया, तो मुझे कैसे चलेगा पता कि बच्चा मेरा है कहाँ। फिर उसके बाद 10 तारीख को मैं वापस जाती हूँ वहाँ पे। मैंने उनसे बोला कि क्या बता लड़की भी 10 तारीख को यहाँ पे पैसे पूसे लेने आई हो। तो मैंने उनसे बोला कि सर लड़की आई मेरी, उन्होंने बोला लड़की नहीं आई है। तो मैंने इतना बोला कि लड़की नहीं आई, मैंने सोचा कि पैसे लेने आई हो, आप ऐसा करो मुझे उसके पैसे दे दो, मैं तंग हो रही हूँ मैं बहुत ज़्यादा। उन्होंने क्या बोला, आप होते कौन हो, अब होते कौन हो यहाँ पे आने वाले, आप मेरे से पैसे किस बात पे मांग सकते हो। कहते वो तो लड़की आएगी ना, सहन करेगी तो मिलते, नहीं तो वो भी नहीं मिलते हैं। कहते लड़की हमने उसे पहले बोल दिया था कि हम 1 महीने की तनख्वाह नहीं देंगे। मैंने कहा ऐसे कैसे हो जाता है, 1-1 महीना फ्री में काम कराते हो सबसे। तो कहते हैं आप यहाँ से चले जाओ, हमारा ना कोई चंडीगढ़ में कोई रिश्तेदार है, कोई पुलिस में कुछ भी है। कहते हैं हमने ना वहाँ पे बोल दिया है, कहते वो ढूंढेंगे। मैंने कहा ऐसे कैसे आपने मुझे बोल दिया कि ढूंढेंगे, मुझे नहीं पता, मेरी लड़की को मुझे आप ला के दो, ठीक है। अब वो कहते हैं हमें नहीं पता। और जहाँ तक कि शक है मुझे, ऑफिस वालों पे शक है, मेरे से सीधे मुँह बात नहीं करते हैं। अच्छा जी, जब मैं थाने में आती हूँ, थाने वाले बोलते हैं, कहते हैं ये कोई गार्डन थोड़ी है जो आप यहाँ पे घूमने आ जाते हो, अपनी रिश्तेदारी में देखो। रिश्तेदारी में सब में ढूंढ लिया मैंने, मेरी कोई सुनवाई नहीं हो रही। रुख मौसम का कर लेने तो दस दिने कि अज का तापमान की है। उस तो पहला दस दिए कि गर्मी है जो लगातार बढ़ती जा रही है। वार-वार मौसम विभाग वालों कहा जा रहा है कि मीह पवेगा। सवेर के वेले मौसम सुहावना भी हो गया सी, पर जिवें ही दिन चढ़ता गया उवें ही मौसम तपदा गया। तापमान की गल की जाए तो वध तो वध तापमान 39.8 डिग्री सैल्सियस तो घट्टो घट्ट तापमान 23.2 डिग्री सैल्सियस दर्ज किया गया। हाँ बिल्कुल, इस बार जो गर्मी थोड़ी ज़्यादा बढ़ रही है, टेम्परेचर ज़्यादा चल रहे हैं, और जो पिछले अगर 24 घंटों में देखें तो टेम्परेचर में थोड़ी सी राहत चल रही है अभी, क्योंकि एक वेस्टर्न डिस्टर्बेंस है जिसकी वजह से जो अपने पहाड़ों में बारिश हुई है, और साथ में जो इलाके लगते हैं पहाड़ों के साथ, जो इलाके लगते हैं जैसे नॉर्थ पंजाब का इलाका, जहाँ नॉर्थ हरियाणा है, जिसमें पंचकुला और यमुनानगर के इलाके हैं, वहाँ पे थोड़ी लाइट बारिश भी हुई है, जिसकी वजह से टेम्परेचर में आज गिरावट रही। जो मिनिमम टेम्परेचर है वो भी आज उसमें कमी रही है, क्योंकि जो कल मिनिमम टेम्परेचर थे वो भी काफ़ी ज़्यादा थे, मतलब नाइट भी काफ़ी वार्म थी और दिन तो वार्म चल ही रहे थे। लेकिन अभी जो टेम्परेचर है उसमें 2 से 3 डिग्री तक जो गिरावट रही। आज भी जो टेम्परेचर ज़्यादा नहीं बढ़ेंगे। कल से मौसम ड्राई रहेगा, और उसके बाद जो 19 और 20 तारीख को जो हीट वेव कंडीशन दोबारा से प्रिवेल कर सकती हैं, और बाद में जो 21 और 22 तारीख को बारिश होने के भी चांसेस हैं। तो जो 21 और 22 तारीख को भी जो दोबारा से टेम्परेचर में गिरावट रहेगी, और साथ में जो कुछ एक जगह पे बारिश होने के भी चांसेस रहेंगे। बारिश जो है वो पंजाब के जो इलाके लगते हैं हिमाचल के साथ, जिसमें डिस्ट्रिक्ट पठानकोट, रोपड़,
होशियारपुर डिस्ट्रिक्ट और मोहाली का इलाका है, इसमें लाइट बारिश होने के चांसेस रहेंगे। इसी तरह जो हरियाणा है, इसमें पंचकुला, अम्बाला और यमुनानगर के इलाके हैं, यहाँ पे बारिश होने के जो चांसेस रहेंगे, जिससे टेम्परेचर में कमी रहेगी। हाँ, इस एक्चुअली जो गर्मी है, जो पीक ये गर्मी का सीज़न चल रहा है, जिसमें टेम्परेचर जो कभी कभी ज़्यादा राइज़ कर जाते हैं, लेकिन इस बार जो लगातार ही जो गर्मी पड़ रही है, मार्च के बाद लगातार जो गर्मी चल रही है, मार्च का महीना इस बार काफ़ी गर्म रहा, अप्रैल का महीना भी जो काफ़ी वार्म रहा, जो कि एक अपने आप में रिकॉर्ड भी था, जिसमें जो अपना मई जैसे ही स्टार्ट हुआ तो मई में जो फर्स्ट वीक में टेम्परेचर कम रहे, क्योंकि एक वेस्टर्न डिस्टर्बेंस आई जिसकी वजह से थोड़ी बारिश भी रिकॉर्ड की गई थी। तो अभी भी जो पिछले 2-3 दिन थे, इसमें काफ़ी ज़्यादा टेम्परेचर रहे। जो हिसार में जो अपने गुड़गांव का तापमान था 48 डिग्री तक चला गया था, और साथ में पंजाब में भी मुक्तसर का जो तापमान है वो 47 डिग्री तक चला गया था। तो लेकिन अभी पिछले 24 घंटों में टेम्परेचर में रहा था। लास्ट जो 24 आवर थे, इसमें जो हिसार का टेम्परेचर सबसे ज़्यादा रहा था, जो कि 45 डिग्री था। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇਨਾ ਹੀ। ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।